ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV ਤੇ ਮੈਂ ਸੁਰਭੀ। ਖਬਰਾਂ ਦੇ ਇਸ ਬੁਲੇਟਿਨ 'ਚ ਬਹੁਤ-ਬਹੁਤ ਸਵਾਗਤ। ਪੇਸ਼ ਆਨ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ। ਅਮਰੀਕਾ ਦੇ ਹਵਾਈ ਮੁਸਾਫਰਾਂ ਨੂੰ ਮਿਲੀ ਵੱਡੀ ਸਹੂਲਤ। ਜੇਕਰ ਭਾਰਤ ਬ੍ਰਿਕਸ ਵਿੱਚ ਹੈ ਤਾਂ ਉਸ ਨੂੰ 10% ਦਾ ਟੈਰਿਫ ਭੁਗਤਾਨ ਕਰਨਾ ਪਵੇਗਾ। ਡੋਨਾਲਡ ਟਰੰਪ। ਫਲਾਈਟ 'ਚ ਬੋਲਿਆ ਯਾਤਰੀ ਕਿ ਮੇਰਾ ਲੈਪਟਾਪ ਬੰਬ ਹੈ, ਮਚੀ ਹਫੜਾ ਦਫੜੀ। ਅਮਰੀਕਾ ਦੇ 2 ਰਾਜਾਂ ਵਿੱਚ ਚਲੀਆਂ ਗੋਲੀਆਂ, 4 ਹਲਾਕ। ਦਵਾਈਆਂ ਤੇ 200% ਤੇ ਤਾਂਬੇ ਤੇ 50% ਲਗਾ ਸਕਦੇ ਹਨ ਟੈਰਿਫ। ਟਰੰਪ ਨੇ ਕੀਤਾ ਵੱਡਾ ਐਲਾਨ। ਟਰੰਪ ਨੇ ਐਲਨ ਮਸਕ ਨੂੰ ਦਿੱਤਾ ਵੱਡਾ ਝਟਕਾ। ਅਮਰੀਕੀ ਹਵਾਈ ਸੈਨਾ ਨੇ SpaceX ਪ੍ਰੋਜੈਕਟ ਨੂੰ ਕੀਤਾ ਮੁਅੱਤਲ। ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਇਸ ਦੇ ਨਾਲ ਹੀ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ तमाम ਖਬਰਾਂ। ਅਮਰੀਕਾ ਦੇ ਹਵਾਈ ਅੱਡਿਆਂ ਤੇ ਮੁਸਾਫਰਾਂ ਨੂੰ ਹੁਣ ਜੁੱਤੀਆਂ ਉਤਾਰ ਕੇ ਤਲਾਸ਼ੀ ਨਹੀਂ ਦੇਣੀ ਪਵੇਗੀ। ਜੀ ਹਾਂ, ਟਰੰਪ ਸਰਕਾਰ ਵੱਲੋਂ 2 ਦਹਾਕੇ ਪੁਰਾਣੀ ਨੀਤੀ ਵਿੱਚ ਅਚਨਚੇਤ ਲਿਆਂਦੀ ਤਬਦੀਲੀ ਕਈ ਹਵਾਈ ਅੱਡਿਆਂ ਤੇ ਲਾਗੂ ਵੀ ਕੀਤੀ ਜਾ ਚੁੱਕੀ ਹੈ। ਟਰਾਂਸਪੋਰਟੇਸ਼ਨ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਦੇ ਇੱਕ ਅੰਦਰੂਨੀ ਮੀਮੋ ਦੇ ਮੁਤਾਬਕ ਹਵਾਈ ਅੱਡਿਆਂ ਤੇ ਮੁਸਾਫਰਾਂ ਦੀ ਸੁਰੱਖਿਆ ਜਾਂਚ ਕਰਨ ਵਾਲੀ ਤਕਨੀਕ ਵਿੱਚ ਸੁਧਾਰ ਦੇ ਮੱਦੇਨਜ਼ਰ ਸ਼ੂਜ਼ ਉਤਰਵਾਉਣ ਦੀ ਜ਼ਰੂਰਤ ਨਹੀਂ ਰਹਿ ਗਈ ਹੈ। ਇਸ ਤੋਂ ਪਹਿਲਾਂ ਟਰਾਂਸਪੋਰਟੇਸ਼ਨ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਦੀ ਪ੍ਰੀ ਚੈੱਕ ਲਿਸਟ ਵਿੱਚ ਸ਼ਾਮਲ ਮੁਸਾਫਰਾਂ ਨੂੰ ਸ਼ੂਜ਼ ਉਤਾਰ ਕੇ ਤਲਾਸ਼ੀ ਤੋਂ ਛੋਟ ਮਿਲਦੀ ਸੀ, ਪਰ ਹੁਣ ਹਰ ਮੁਸਾਫਰ ਇਸ ਸਹੂਲਤ ਦਾ ਹੱਕਦਾਰ ਬਣ ਗਿਆ ਹੈ। ਇੱਥੇ ਦੱਸਣਾ ਬਣਦਾ ਹੈ ਕਿ ਜੁੱਤੀਆਂ ਉਤਾਰ ਕੇ ਤਲਾਸ਼ੀ ਲੈਣ ਵਾਲੀ ਨੀਤੀ 2001 ਦੀ ਉਸ ਵਾਰਦਾਤ ਤੋਂ ਬਾਅਦ ਲਿਆਂਦੀ ਗਈ ਜਦੋਂ ਸ਼ੂ ਬੋਂਬਰ ਵਜੋਂ ਜਾਣੇ ਜਾਂਦੇ ਰਿਚਰਡ ਰੀਡ ਨੇ ਆਪਣੀਆਂ ਜੁੱਤੀਆਂ ਵਿੱਚ ਬਾਰੂਦ ਲੁਕਾ ਕੇ ਪੈਰਿਸ ਤੋਂ ਮਿਆਮੀ ਆ ਰਹੀ ਅਮਰੀਕਨ 에ਅਰਲਾਈਨਸ ਦੀ ਟ੍ਰਾਂਸ ਐਟਲਾਂਟਿਕ ਫਲਾਈਟ ਨੂੰ ਉਡਾਉਣ ਦਾ ਯਤਨ ਕੀਤਾ, ਪਰ ਨਾਕਾਮ ਰਿਹਾ। ਫਲਾਈਟ ਬੋਸਟਨ ਹਵਾਈ ਅੱਡੇ ਤੇ ਸੁਰੱਖਿਅਤ ਲੈਂਡ ਕਰ ਗਈ ਅਤੇ ਮੁਸਾਫਰਾਂ ਦੀ ਮਦਦ ਨਾਲ ਰਿਚਰਡ ਨੂੰ ਕਾਬੂ ਕਰ ਲਿਆ ਗਿਆ। ਮੁੱਢਲੇ ਤੌਰ ਤੇ ਬੈਲਟਿਮੋਰ ਵਾਸ਼ਿੰਗਟਨ ਇੰਟਰਨੈਸ਼ਨਲ 에ਅਰਪੋਰਟ, ਫੋਰਟ ਲੋਡਰਡੇਲ ਇੰਟਰਨੈਸ਼ਨਲ 에ਅਰਪੋਰਟ, ਸਿਨਸਿਨਾਟੀ ਨਾਰਦਰਨ ਕੈਂਟਕੀ ਇੰਟਰਨੈਸ਼ਨਲ 에ਅਰਪੋਰਟ, ਪੋਰਟਲੈਂਡ ਇੰਟਰਨੈਸ਼ਨਲ 에ਅਰਪੋਰਟ, ਫਿਲਾਡੈਲਫੀਆ ਇੰਟਰਨੈਸ਼ਨਲ 에ਅਰਪੋਰਟ ਅਤੇ ਨਾਰਥ ਕੈਰੋਲੀਨਾ ਦੇ ਪੀਡਮੌਂਟ ਟ੍ਰਾਈਏਡ ਇੰਟਰਨੈਸ਼ਨਲ 에ਅਰਪੋਰਟ ਮੁਸਾਫਰਾਂ ਨੂੰ ਬਗੈਰ ਸ਼ੂਜ਼ ਉਤਾਰਿਆਂ ਜਹਾਜ਼ ਚੜ੍ਹਨ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਨਿਊਜ਼ ਦੀ ਰਿਪੋਰਟ ਦੇ ਮੁਤਾਬਕ ਲਾਸ ਐਂਜਲਸ ਇੰਟਰਨੈਸ਼ਨਲ 에ਅਰਪੋਰਟ ਅਤੇ ਨਿਊਯਾਰਕ ਸ਼ਹਿਰ ਦੇ ਕੌਮਾਂਤਰੀ ਹਵਾਈ ਅੱਡੇ ਨੂੰ ਸੋਮਵਾਰ ਰਾਤ ਹਦਾਇਤਾਂ ਮਿਲ ਗਈਆਂ ਕਿ ਹੁਣ ਮੁਸਾਫਰਾਂ ਦੀ ਜੁੱਤੀ ਉਤਾਰ ਕੇ ਤਲਾਸ਼ੀ ਨਾ ਲਈ ਜਾਵੇ। ਨਵੇਂ ਨਿਯਮਾਂ ਦਾ ਜਿੱਥੇ ਇੱਕ ਪਾਸੇ ਸਵਾਗਤ ਕੀਤਾ ਜਾ ਰਿਹਾ ਹੈ, ਉੱਥੇ ਹਵਾਈ ਸੁਰੱਖਿਆ ਦੇ ਮੁੱਦੇ ਤੇ ਨਵਾਂ ਵਿਵਾਦ ਪੈਦਾ ਹੋ ਗਿਆ ਹੈ। ਹਵਾਈ ਸਫ਼ਰ ਦੀ ਸੁਰੱਖਿਆ ਬਾਰੇ ਚਿੰਤਿਤ ਲੋਕਾਂ ਦਾ ਕਹਿਣਾ ਹੈ ਕਿ ਹਵਾਈ ਜਹਾਜ਼ ਵਿੱਚ ਖੋਰੂ ਦੀਆਂ ਵਾਰਦਾਤਾਂ ਨਿੱਤ ਸਾਹਮਣੇ ਆ ਰਹੀਆਂ ਹਨ ਅਤੇ ਹੁਣ ਸੁਰੱਖਿਆ ਜਾਂਚ ਵਿੱਚ ਛੋਟ ਮਗਰੋਂ ਹਾਲਾਤ ਹੋਰ ਵਿਗੜ ਸਕਦੇ ਹਨ। ਇਸ ਦੇ ਉਲਟ ਰਿਆਇਤ ਤੋਂ ਖੁਸ਼ ਮੁਸਾਫਰਾਂ ਦਾ ਕਹਿਣਾ ਹੈ ਕਿ ਹਵਾਈ ਅੱਡਿਆਂ ਤੇ ਲੋਕਾਂ ਨੂੰ ਜੁੱਤੀਆਂ ਉਤਾਰਨ ਲਈ ਮਜਬੂਰ ਕਰਨਾ ਸਰਾਸਰ ਗੈਰ ਜ਼ਰੂਰੀ ਕਦਮ ਰਿਹਾ। ਦੱਸ ਦਈਏ ਕਿ ਜੁੱਤੀਆਂ ਦੀ ਤਲਾਸ਼ੀ ਤੋਂ ਰਾਹਤ ਦਾ ਪਹਿਲਾ ਸੰਕੇਤ ਟਰਾਂਸਪੋਰਟੇਸ਼ਨ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਦੇ ਇੱਕ ਸਾਬਕਾ ਏਜੰਟ ਵੱਲੋਂ ਟਿਕਟੌਕ ਤੇ ਪਾਈ ਵੀਡੀਓ ਰਾਹੀਂ ਮਿਲਿਆ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਮੁਸਾਫਰਾਂ ਲਈ ਸ਼ੂਜ਼ ਉਤਾਰਨ ਦੀ ਸ਼ਰਤ ਖਤਮ ਕੀਤੀ ਜਾ ਰਹੀ ਹੈ, ਪਰ ਜ਼ਿਆਦਾਤਰ ਲੋਕਾਂ ਨੇ ਇਸ ਵੀਡੀਓ ਨੂੰ ਅਫਵਾਹ ਮੰਨਿਆ। ਹੁਣ ਜਦੋਂ ਸਮੁੱਚੇ ਅਮਰੀਕਾ ਦੇ ਮੀਡੀਆ ਵਿੱਚ ਖਬਰ ਫੈਲ ਚੁੱਕੀ ਹੈ ਤਾਂ ਹਵਾਈ ਮੁਸਾਫਰ ਰਾਹਤ ਮਹਿਸੂਸ ਕਰ ਰਹੇ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟੈਰਿਫ ਮਾਮਲੇ 'ਚ ਭਾਰਤ ਬਾਰੇ ਵੱਡਾ ਬਿਆਨ ਦਿੱਤਾ ਹੈ। ਟਰੰਪ ਨੇ ਕਿਹਾ ਕਿ ਜੇਕਰ ਭਾਰਤ ਬ੍ਰਿਕਸ ਵਿੱਚ ਹੈ ਤਾਂ ਉਸ ਨੂੰ 10% ਦਾ ਟੈਰਿਫ ਭੁਗਤਾਨ ਕਰਨਾ ਪਵੇਗਾ। ਟਰੰਪ ਨੇ ਦੋਸ਼ ਲਗਾਇਆ ਕਿ ਬ੍ਰਿਕਸ ਦਾ ਮਕਸਦ ਅਮਰੀਕੀ ਡਾਲਰ ਨੂੰ ਨੁਕਸਾਨ ਪਹੁੰਚਾਉਣਾ ਹੈ, ਪਰ ਉਹਨਾਂ ਨੇ ਜ਼ੋਰ ਦਿੱਤਾ ਕਿ ਡਾਲਰ ਅਜੇ ਵੀ ਬਾਦਸ਼ਾਹ ਹੈ। ਉਹਨਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਕੋਈ ਚੁਣੌਤੀ ਦੇਣਾ ਚਾਹੁੰਦਾ ਹੈ ਤਾਂ ਉਸ ਨੂੰ ਇਸ ਦੀ ਕੀਮਤ ਚੁਕਾਉਣੀ ਪਵੇਗੀ। ਅਮਰੀਕਾ ਨੇ 1 ਅਗਸਤ 2025 ਤੱਕ ਟੈਰਿਫ ਲਾਗੂ ਕਰਨ ਦੀ ਮਿਆਦ ਵਧਾਈ ਹੈ। ਭਾਰਤ ਨੂੰ ਅਜੇ ਤੱਕ ਉਹਨਾਂ 14 ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਜਿਨ੍ਹਾਂ ਨੂੰ ਅਲਟੀਮੇਟਮ ਲੈਟਰ ਮਿਲੇ ਹਨ, ਪਰ ਟਰੰਪ ਨੇ ਸਾਫ਼ ਕੀਤਾ ਕਿ ਜੇਕਰ ਭਾਰਤ ਬ੍ਰਿਕਸ ਵਿੱਚ ਰਹਿੰਦਾ ਹੈ ਤਾਂ ਉਸ ਉੱਤੇ ਇਹ 10% ਟੈਰਿਫ ਲਾਗੂ ਹੋਵੇਗਾ। ਇਸ ਤੋਂ ਇਲਾਵਾ ਜੇਕਰ ਵਪਾਰਕ ਸਮਝੌਤਾ ਨਹੀਂ ਹੁੰਦਾ ਤਾਂ ਅਮਰੀਕਾ ਵੱਲੋਂ ਵਧੇਰੇ ਟੈਰਿਫ ਲਗਾਏ ਜਾ ਸਕਦੇ ਹਨ। ਭਾਰਤ ਅਤੇ ਅਮਰੀਕਾ ਵਿਚਾਲੇ ਟ੍ਰੇਡ ਡੀਲ ਉੱਤੇ ਗੱਲਬਾਤ ਚੱਲ ਰਹੀ ਹੈ, ਪਰ ਖੇਤੀਬਾੜੀ ਅਤੇ ਡੈਰੀ ਖੇਤਰ ਵਿੱਚ ਭਾਰਤ ਨੇ ਅਮਰੀਕਾ ਨੂੰ ਪੂਰੀ ਪਹੁੰਚ ਦੇਣ ਤੋਂ ਇਨਕਾਰ ਕਰ ਦਿੱਤਾ ਹੈ, ਜਿਸ ਕਰਕੇ ਕੁਝ ਮੁੱਦੇ ਅਜੇ ਵੀ ਅਣਸੁਲਝੇ ਹਨ।
ਫਲਾਈਟ ਵਿੱਚ ਯਾਤਰੀਆਂ ਦੁਆਰਾ ਅਜੀਬੋ-ਗਰੀਬ ਹਰਕਤਾਂ ਕਰਨ ਬਾਰੇ ਖਬਰਾਂ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਹੁਣ ਯਾਤਰੀਆਂ ਵੱਲੋਂ ਅਫਵਾਹਾਂ ਫੈਲਾਉਣ ਅਤੇ ਧਮਕੀਆਂ ਦੇਣ ਸੰਬੰਧੀ ਵੀ ਖਬਰਾਂ ਆਉਣ ਲੱਗ ਪਈਆਂ ਹਨ। ਹਾਲ ਹੀ ਦੇ ਵਿੱਚ ਅਮਰੀਕਾ 'ਚ ਇੱਕ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਕਰਾਉਣੀ ਪਈ, ਜਦੋਂ ਇੱਕ ਯਾਤਰੀ ਨੇ ਫਲਾਈਟ ਦੇ ਹਵਾ ਵਿੱਚ ਹੋਣ ਦੌਰਾਨ ਬੰਬ ਹੋਣ ਦੀ ਧਮਕੀ ਦਿੱਤੀ। ਉਡਾਨ ਵਿੱਚ ਸਵਾਰ 27 ਸਾਲਾਂ ਦੇ ਸ਼ੱਕੀ ਨੇ ਇੱਕ ਸਹਿ ਯਾਤਰੀ ਨੂੰ ਦੱਸਿਆ ਕਿ ਉਸ ਦਾ ਲੈਪਟਾਪ ਬੰਬ ਹੈ, ਜਿਸ ਤੋਂ ਬਾਅਦ ਚਾਲਕ ਦਲ ਅਤੇ ਅਧਿਕਾਰੀ ਹਰਕਤ ਵਿੱਚ ਆਏ ਅਤੇ ਉਹਨਾਂ ਨੇ ਐਮਰਜੈਂਸੀ ਦਾ ਐਲਾਨ ਕੀਤਾ। ਰਿਪੋਰਟ ਦੇ ਅਨੁਸਾਰ ਸਾਰੇ ਯਾਤਰੀਆਂ ਅਤੇ ਚਾਲਕ ਦਲ ਨੂੰ ਬਿਨਾਂ ਕਿਸੇ ਘਟਨਾ ਦੇ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਐਲੀਜੈਂਟ ਏਅਰ ਦੀ ਫਲਾਈਟ ਉੱਤਰੀ ਕੈਰੋਲੀਨਾ ਦੇ ਐਸ਼ਵਿਲ ਤੋਂ ਫਲੋਰੀਡਾ ਦੇ ਪੁੰਟਾ ਗੋਡਾ ਜਾ ਰਹੀ ਸੀ। ਰਿਪੋਰਟ ਦੇ ਅਨੁਸਾਰ ਜਦੋਂ ਫਲਾਈਟ ਹਵਾ ਵਿੱਚ ਸੀ ਤਾਂ 27 ਸਾਲਾਂ ਦੇ ਤਾਜ ਮਲਿਕ ਟੇਲਰ ਨੇ ਕਥਿਤ ਤੌਰ ਤੇ ਇੱਕ ਹੋਰ ਯਾਤਰੀ ਨੂੰ ਬੰਬ ਬਾਰੇ ਦੱਸਿਆ। ਪਿਨੇਲਾਸ ਕਾਉਂਟੀ ਸ਼ੈਰਿਫ ਦੇ ਦਫ਼ਤਰ ਦੇ ਇੱਕ ਬਿਆਨ ਦੇ ਅਨੁਸਾਰ ਯਾਤਰੀ ਨੇ ਤੁਰੰਤ ਫਲਾਈਟ ਅਟੈਂਡੈਂਟ ਨੂੰ ਸੂਚਿਤ ਕੀਤਾ। ਜਹਾਜ਼ ਵਿੱਚ ਮੌਜੂਦ ਕਈ ਹੋਰ ਗਵਾਹਾਂ ਨੇ ਵੀ ਟੇਲਰ ਨੂੰ ਇਹ ਕਹਿੰਦੇ ਸੁਣਿਆ ਕਿ ਉਸ ਕੋਲ ਬੰਬ ਹੈ। ਥੋੜੀ ਦੇਰ ਬਾਅਦ ਪਾਇਲਟ ਨੇ ਜਹਾਜ਼ ਨੂੰ ਸੇਂਟ ਪੀਟ ਕਲੀਅਰਵਾਟਰ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਵਾਪਸ ਉਡਾਉਣ ਦਾ ਫੈਸਲਾ ਕੀਤਾ, ਜਿੱਥੋਂ ਉਸਨੇ ਉਡਾਨ ਭਰੀ ਸੀ। ਬੰਬ ਸਕੈਡ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਇਕਾਈਆਂ ਪਹਿਲਾਂ ਹੀ ਹਵਾਈ ਅੱਡੇ ਤੇ ਮੌਜੂਦ ਸਨ। ਜਾਂਚ ਦੌਰਾਨ ਕੋਈ ਬੰਬ ਨਹੀਂ ਮਿਲਿਆ। ਟੇਲਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਉਸ ਤੇ ਝੂਠੀ ਬੰਬ ਦੀ ਧਮਕੀ ਦੇਣ ਦਾ ਦੋਸ਼ ਹੈ, ਜਿਸ ਤੇ 5 ਸਾਲ ਦੀ ਕੈਦ ਅਤੇ $25,000 ਦਾ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ। ਟੇਲਰ ਨੇ ਕਥਿਤ ਤੌਰ ਤੇ FBI ਨੂੰ ਆਪਣਾ ਲੈਪਟਾਪ ਦਿਖਾਇਆ ਅਤੇ ਕਿਹਾ, ਮੇਰਾ ਲੈਪਟਾਪ ਬੰਬ ਹੈ। ਜਹਾਜ਼ ਦੀ ਪੂਰੀ ਤਰ੍ਹਾਂ ਤਲਾਸ਼ੀ ਲਈ ਗਈ, ਜਿਸ ਵਿੱਚ ਕੋਈ ਵਿਸਫੋਟਕ ਨਹੀਂ ਮਿਲਿਆ। ਰਿਪੋਰਟ ਅਨੁਸਾਰ ਟੇਲਰ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਉਸ ਨੂੰ ਹਾਲ ਹੀ ਵਿੱਚ ਮਾਨਸਿਕ ਸਿਹਤ ਸਹੂਲਤ ਤੋਂ ਰਿਹਾ ਕੀਤਾ ਗਿਆ। ਰਿਪੋਰਟ ਵਿੱਚ ਕਿਹਾ ਗਿਆ ਕਿ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਯਾਨੀ ਕਿ FBI ਨੂੰ ਘਟਨਾ ਦੀ ਜਾਂਚ ਕਰਨ ਦਾ ਕੰਮ ਸੌਂਪਿਆ ਗਿਆ। ਐਲੀਜੈਂਟ ਏਅਰ ਨੇ ਅਸੁਵਿਧਾ ਲਈ ਮਾਫੀ ਮੰਗੀ ਅਤੇ ਪ੍ਰਭਾਵਿਤ ਯਾਤਰੀਆਂ ਨੂੰ $100 ਯਾਤਰਾ ਵਾਊਚਰ ਦਿੱਤੇ। ਅਮਰੀਕਾ ਵਿੱਚ ਗੋਲੀਬਾਰੀ ਦੀਆਂ ਵੱਖ-ਵੱਖ ਵਾਰਦਾਤਾਂ ਦੌਰਾਨ ਘੱਟੋ-ਘੱਟ 4 ਜਣੇ ਮਾਰੇ ਗਏ ਅਤੇ ਕਈ ਹੋਰਨਾਂ ਦੇ ਜ਼ਖਮੀ ਹੋਣ ਦੀ ਰਿਪੋਰਟ ਹੈ। ਪਹਿਲੀ ਵਾਰਦਾਤ ਟੈਕਸਸ ਸੂਬੇ ਵਿੱਚ ਵਾਪਰੀ, ਜਿੱਥੇ ਬਾਰਡਰ ਪੈਟਰੋਲ ਅਫਸਰਾਂ ਨੂੰ ਨਿਸ਼ਾਨਾ ਬਣਾਇਆ ਗਿਆ। ਟੈਕਸਸ ਦੇ ਮਕੈਲਨ ਸ਼ਹਿਰ ਵਿੱਚ 27 ਸਾਲ ਦਾ ਇੱਕ ਨੌਜਵਾਨ ਅਸਾਲਟ ਰਾਈਫਲ ਲੈ ਕੇ ਬਾਰਡਰ ਪੈਟਰੋਲ ਵਾਲਿਆਂ ਦੇ ਦਫ਼ਤਰ ਵਿੱਚ ਦਾਖਲ ਹੋ ਗਿਆ ਅਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਉਧਰ ਬਾਰਡਰ ਅਫਸਰਾਂ ਨੇ ਜਵਾਬੀ ਕਾਰਵਾਈ ਕਰਦਿਆਂ ਨੌਜਵਾਨ ਨੂੰ ਢੇਰ ਕਰ ਦਿੱਤਾ। ਮਕੈਲਨ ਦੇ ਪੁਲਿਸ ਮੁਖੀ ਵਿਕਟਰ ਨੇ ਦੱਸਿਆ ਕਿ ਗੋਲੀਬਾਰੀ ਦੀ ਵਾਰਦਾਤ ਕੌਮਾਂਤਰੀ ਹਵਾਈ ਅੱਡੇ ਦੇ ਬਿਲਕੁਲ ਨੇੜੇ ਵਾਪਰੀ, ਜਿਸ ਦੇ ਮੱਦੇਨਜ਼ਰ ਹਵਾਈ ਅੱਡੇ ਨੂੰ ਆਰਜ਼ੀ ਤੌਰ ਤੇ ਬੰਦ ਕਰ ਦਿੱਤਾ ਗਿਆ। ਬੰਦੂਕਧਾਰੀ ਕੋਲੋਂ ਇੱਕ ਅਸਾਲਟ ਰਾਈਫਲ ਬਰਾਮਦ ਕੀਤੇ ਜਾਣ ਤੋਂ ਇਲਾਵਾ ਪੁਲਿਸ ਨੇ ਇੱਕ ਹੋਰ ਰਾਈਫਲ ਅਤੇ ਕਾਰਤੂਸ ਬਰਾਮਦ ਕੀਤੇ। ਅਮਰੀਕਾ ਦੇ ਗ੍ਰਹਿ ਸੁਰੱਖਿਆ ਵਿਭਾਗ ਮੁਤਾਬਕ ਗੋਲੀਬਾਰੀ ਦੇ ਸਿੱਟੇ ਵਜੋਂ 3 ਮੁਲਾਜ਼ਮ ਜ਼ਖਮੀ ਹੋਏ। ਵਿਕਟਰ ਦੇ ਮੁਤਾਬਕ ਸ਼ੱਕੀ ਚਿੱਟੇ ਰੰਗ ਦੀ ਇੱਕ ਗੱਡੀ ਵਿੱਚ ਆਇਆ। ਸ਼ੱਕੀ ਦਾ ਪੱਕਾ ਪਤਾ ਮਿਸ਼ੀਗਨ ਨਾਲ ਸੰਬੰਧਿਤ ਹੈ, ਪਰ ਉਹ ਟੈਕਸਸ ਦੇ ਵੈਸਲੇਕੋ ਕਸਬੇ ਤੋਂ ਲਾਪਤਾ ਦੱਸਿਆ ਗਿਆ। ਇਹ ਕਸਬਾ ਬਾਰਡਰ ਪੈਟਰੋਲ ਵਾਲਿਆਂ ਦੇ ਦਫ਼ਤਰ ਤੋਂ 32 ਕਿਲੋਮੀਟਰ ਦੂਰ ਹੈ। ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਵੱਲੋਂ ਮਾਮਲੇ ਦੀ ਪੜਤਾਲ ਆਪਣੇ ਹੱਥਾਂ ਵਿੱਚ ਲੈਣ ਦਾ ਐਲਾਨ ਕੀਤਾ ਗਿਆ। ਦੂਜੇ ਪਾਸੇ ਸਾਊਥ ਫਿਲਾਡੈਲਫੀਆ ਵਿਖੇ ਹੋਈ ਗੋਲੀਬਾਰੀ ਦੌਰਾਨ 3 ਜਣੇ ਮਾਰੇ ਗਏ। ਪੁਲਿਸ ਕਮਿਸ਼ਨਰ ਕੈਵਿਨ ਨੇ ਦੱਸਿਆ ਕਿ ਗੋਲੀਬਾਰੀ ਦੀ ਵਾਰਦਾਤ ਇੱਕ ਰਿਹਾਇਸ਼ੀ ਇਲਾਕੇ ਵਿੱਚ ਵਾਪਰੀ। ਸੂਤਰਾਂ ਨੇ ਦੱਸਿਆ ਕਿ ਇੱਕ ਧਿਰ ਵੱਲੋਂ ਪਾਰਟੀ ਕੀਤੀ ਜਾ ਰਹੀ ਸੀ, ਜਦੋਂ ਦੂਜੀ ਧਿਰ ਨੇ ਅਚਨਚੇਤ ਗੋਲੀਆਂ ਚਲਾ ਦਿੱਤੀਆਂ। ਦੋਹਾਂ ਧਿਰਾਂ ਦਰਮਿਆਨ ਗੋਲੀਆਂ ਚੱਲਣ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ, ਜਦਕਿ ਕੁਝ ਲੋਕ ਆਪਣੀ ਜਾਨ ਬਚਾਉਣ ਦੇ ਲਈ ਜ਼ਮੀਨ ਤੇ ਲੰਮੇ ਪਏ ਦੇਖੇ ਜਾ ਸਕਦੇ ਹਨ। ਪੁਲਿਸ ਵੱਲੋਂ ਇੱਕ ਹਥਿਆਰਬੰਦ ਸ਼ੱਕੀ ਨੂੰ ਹਿਰਾਸਤ ਵਿੱਚ ਲਿਆ ਗਿਆ ਅਤੇ ਫਿਲਹਾਲ ਗੋਲੀਬਾਰੀ ਦੇ ਕਾਰਨਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਸ਼ਨੀਵਾਰ ਅਤੇ ਐਤਵਾਰ ਨੂੰ ਇਸੇ ਇਲਾਕੇ ਵਿੱਚ ਸ਼ੱਕੀ ਸਰਗਰਮੀਆਂ ਬਾਰੇ ਪਤਾ ਲੱਗਣ ਤੇ ਛਾਪਾ ਮਾਰਦਿਆਂ ਪੁਲਿਸ ਨੇ ਕਈ ਗ੍ਰਿਫਤਾਰੀਆਂ ਕੀਤੀਆਂ ਸਨ। ਅਮਰੀਕਾ ਵਿੱਚ ਗਨ ਕਲਚਰ ਦੇ ਚੱਲਦਿਆਂ ਗੋਲੀਬਾਰੀ ਦੀਆਂ ਵਾਰਦਾਤਾਂ ਆਮ ਗੱਲ ਹੈ ਅਤੇ ਸੈਂਟਰ ਫॉर ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਦੇ ਅੰਕੜਿਆਂ ਮੁਤਾਬਕ 2023 ਵਿੱਚ 47,000 ਲੋਕਾਂ ਦੀ ਜਾਨ ਗੋਲੀਆਂ ਲੱਗਣ ਨਾਲ ਗਈ। CDC ਦਾ ਕਹਿਣਾ ਹੈ ਕਿ ਲਗਾਤਾਰ ਦੂਜੇ ਵਰ੍ਹੇ ਦੌਰਾਨ ਅਮਰੀਕਾ ਵਿੱਚ ਗੋਲੀਆਂ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ ਘਟੀ ਹੈ, ਪਰ ਜਾਨੀ ਨੁਕਸਾਨ ਦੇ ਹੋਰਨਾਂ ਕਾਰਨਾਂ ਦੇ ਮੁਕਾਬਲੇ ਮੌਤਾਂ ਦਾ ਅੰਕੜਾ ਹੁਣ ਵੀ ਜ਼ਿਆਦਾ ਮੰਨਿਆ ਜਾ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਹ ਬਰਾਮਦ ਕੀਤੇ ਗਏ ਸੈਮੀਕੰਡਕਟਰਾਂ, ਦਵਾਈਆਂ ਅਤੇ ਤਾਂਬੇ ਤੇ ਟੈਰਿਫ ਦਾ ਐਲਾਨ ਕਰਨ ਦੀ ਯੋਜਨਾ ਬਣਾ ਰਹੇ ਹਨ। ਉਹਨਾਂ ਨੇ ਕਿਹਾ ਕਿ ਦਵਾਈਆਂ ਲਈ ਟੈਰਿਫ ਦਰ 200% ਤੱਕ ਹੋ ਸਕਦੀ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਉਹ ਤਾਂਬੇ ਤੇ 50% ਟੈਰਿਫ ਦਾ ਐਲਾਨ ਕਰਨਗੇ, ਜਿਸ ਦਾ ਉਦੇਸ਼ ਅਮਰੀਕਾ ਵਿੱਚ ਇਲੈਕਟ੍ਰਿਕ ਵਾਹਨਾਂ, ਫੌਜੀ ਹਾਰਡਵੇਅਰ,
ਪਾਵਰ ਗ੍ਰਿਡ ਅਤੇ ਬਹੁਤ ਸਾਰੇ ਖਪਤਕਾਰ ਸਮਾਨ ਲਈ ਮਹੱਤਵਪੂਰਨ ਏਸ਼ੀਆਤ ਧਾਤ ਤੇ ਉਤਪਾਦਨ ਨੂੰ ਉਤਸ਼ਾਹਿਤ ਕਰਨਾ ਹੈ। ਵਾਈਟ ਹਾਊਸ ਵਿੱਚ ਕੈਬਨਿਟ ਮੀਟਿੰਗ ਤੋਂ ਬਾਅਦ ਟਰੰਪ ਨੇ ਪੱਤਰਕਾਰਾਂ ਨੂੰ ਕਿਹਾ ਕਿ ਜੇਕਰ ਉਹਨਾਂ ਨੂੰ ਦੇਸ਼ ਵਿੱਚ ਦਵਾਈਆਂ ਲਿਆਉਣੀਆਂ ਹਨ ਤਾਂ ਉਹਨਾਂ ਤੇ ਬਹੁਤ ਉੱਚੀ ਦਰ ਤੇ ਟੈਰਿਫ ਲਗਾਏ ਜਾਣਗੇ, ਜਿਵੇਂ ਕਿ 200%। ਅਸੀਂ ਉਹਨਾਂ ਨੂੰ ਆਪਣੇ ਕੰਮ ਨੂੰ ਸੰਗਠਿਤ ਕਰਨ ਲਈ ਇੱਕ ਨਿਸ਼ਚਿਤ ਸਮਾਂ ਦੇਵਾਂਗੇ। ਉਹਨਾਂ ਨੂੰ 1.5 ਸਾਲ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਟਰੰਪ ਨੇ ਤਾਂਬੇ ਤੇ ਟੈਰਿਫ ਦਾ ਐਲਾਨ ਕਰਨ ਦੀ ਯੋਜਨਾ ਬਾਰੇ ਦੱਸਿਆ, ਪਰ ਇਹ ਨਹੀਂ ਦੱਸਿਆ ਕਿ ਟੈਰਿਫ ਕਦੋਂ ਲਾਗੂ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਲੱਗਦਾ ਹੈ ਕਿ ਤਾਂਬੇ ਤੇ ਟੈਰਿਫ 50% ਹੋਵੇਗਾ। ਅਮਰੀਕਾ ਦੇ ਵਨਸਪਤੀ ਹਾਵਰ ਲੂਟਨਿਕ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਤਾਂਬੇ ਤੇ ਟੈਰਿਫ ਸ਼ਾਇਦ ਜੁਲਾਈ ਦੇ ਅਖੀਰ ਜਾਂ 1 ਅਗਸਤ ਤੱਕ ਲਾਗੂ ਹੋ ਜਾਣਗੇ। ਤਾਂਬੇ ਦੀ ਵਰਤੋਂ ਉਸਾਰੀ, ਆਵਾਜਾਈ, ਇਲੈਕਟ੍ਰੋਨਿਕਸ ਅਤੇ ਹੋਰ ਬਹੁਤ ਸਾਰੇ ਉਦਯੋਗਾਂ ਵਿੱਚ ਕੀਤੀ ਜਾਂਦੀ ਹੈ। ਅਮਰੀਕਾ ਹਰ ਸਾਲ ਆਪਣੀਆਂ ਤਾਂਬੇ ਦੀਆਂ ਜ਼ਰੂਰਤਾਂ ਦਾ ਲਗਭਗ ਅੱਧਾ ਬਰਾਮਦ ਕਰਦਾ ਹੈ। ਅਮਰੀਕੀ ਅੰਕੜਿਆਂ ਦੇ ਅਨੁਸਾਰ ਤਾਂਬੇ ਤੇ ਅਮਰੀਕੀ ਟੈਰਿਫ ਤੋਂ ਸਭ ਤੋਂ ਵੱਧ ਪ੍ਰਭਾਵੀ ਦੇਸ਼ ਚਿਲੀ, ਕੈਨੇਡਾ ਅਤੇ ਮੈਕਸੀਕੋ ਹੋਣਗੇ, ਜੋ 2024 ਦੇ ਵਿੱਚ ਅਮਰੀਕਾ ਨੂੰ ਰਿਫਾਈਨਡ ਤਾਂਬੇ, ਤਾਂਬੇ ਦੇ ਮਿਸ਼ਰਤ ਧਾਤ ਅਤੇ ਤਾਂਬੇ ਦੇ ਉਤਪਾਦਾਂ ਦੇ ਪ੍ਰਮੁੱਖ ਸਪਲਾਇਰ ਸਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਹ ਵੀ ਕਿਹਾ ਕਿ ਉਹ ਸੈਮੀਕੰਡਕਟਰ ਟੈਰਿਫ ਦਾ ਐਲਾਨ ਕਰਨਗੇ ਅਤੇ ਬਹੁਤ ਜਲਦੀ ਫਾਰਮਾਸਿਊਟੀਕਲ ਤੇ ਇੱਕ ਵੱਖਰਾ ਐਲਾਨ ਵੀ ਕਰਨਗੇ। ਇਸ ਦੇ ਨਾਲ ਹੀ ਟਰੰਪ ਨੇ ਬ੍ਰਿਕਸ ਦੇਸ਼ਾਂ ਤੇ 10% ਟੈਰਿਫ ਲਗਾਉਣ ਦੀ ਚੇਤਾਵਨੀ ਵੀ ਦਿੱਤੀ। ਉਹਨਾਂ ਨੇ ਕਿਹਾ ਕਿ ਉਹ ਇਸ ਬਾਰੇ ਜਲਦੀ ਹੀ ਫੈਸਲਾ ਲੈਣਗੇ। ਬ੍ਰਿਕਸ ਵਿੱਚ ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫਰੀਕਾ ਸ਼ਾਮਲ ਹਨ। ਵਾਈਟ ਹਾਊਸ ਵਿਖੇ ਮੀਡੀਆ ਦੇ ਨਾਲ ਗੱਲ ਕਰਦਿਆਂ ਟਰੰਪ ਨੇ ਕਿਹਾ, ਬ੍ਰਿਕਸ ਵਿੱਚ ਸ਼ਾਮਲ ਦੇਸ਼ਾਂ ਨੂੰ ਜਲਦੀ ਹੀ 10% ਦੀ ਡਿਊਟੀ ਅਦਾ ਕਰਨੀ ਪਵੇਗੀ। ਬ੍ਰਿਕਸ ਦੀ ਸਥਾਪਨਾ ਅਮਰੀਕਾ ਨੂੰ ਨੁਕਸਾਨ ਪਹੁੰਚਾਉਣ ਲਈ ਕੀਤੀ ਗਈ ਸੀ। ਅਮਰੀਕੀ ਹਵਾਈ ਸੈਨਾ ਨੇ SpaceX ਨਾਲ ਸੰਬੰਧਿਤ ਇੱਕ ਪ੍ਰਸਤਾਵਿਤ ਰੌਕੇਟ ਕਾਰਗੋ ਡਿਲੀਵਰੀ ਪ੍ਰੋਗਰਾਮ ਨੂੰ ਮੁਅੱਤਲ ਕਰ ਦਿੱਤਾ ਹੈ, ਕਿਉਂਕਿ ਉਹਨਾਂ ਨੂੰ ਚਿੰਤਾ ਹੈ ਕਿ ਇਹ ਪ੍ਰੋਜੈਕਟ ਪ੍ਰਸ਼ਾਂਤ ਮਹਾਸਾਗਰ ਵਿੱਚ ਇੱਕ ਮਹੱਤਵਪੂਰਨ ਸਮੁੰਦਰੀ ਪੰਛੀਆਂ ਦੇ ਅਸਥਾਨ ਨੂੰ ਗੰਭੀਰਤਾ ਨਾਲ ਵਿਗਾੜ ਸਕਦਾ ਹੈ। ਹਵਾਈ ਸੈਨਾ ਨੇ SpaceX ਨਾਲ ਹਾਈਪਰਸੋਨਿਕ ਰੌਕੇਟ ਕਾਰਗੋ ਟੈਸਟਾਂ ਨੂੰ ਪੂਰੀ ਤਰ੍ਹਾਂ ਰੋਕ ਦਿੱਤਾ ਹੈ। ਉਸੇ ਸਮੇਂ SpaceX ਦੇ CEO ਐਲੋਨ ਮਸਕ ਨੇ SpaceX ਲਾਂਚ ਕਰਨ ਕਾਰਨ ਪੰਛੀਆਂ ਦੇ ਆਲਣਿਆਂ ਨੂੰ ਹੋਏ ਨੁਕਸਾਨ ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਉਹ ਇਸ ਘਿਨੌਣੇ ਅਪਰਾਧ ਦੀ ਭਰਪਾਈ ਲਈ ਇੱਕ ਹਫ਼ਤੇ ਲਈ ਆਮਲੇਟ ਖਾਣਾ ਛੱਡ ਦੇਣਗੇ। Space.com ਅਨੁਸਾਰ ਹੁਣ ਰੁਕਿਆ ਹੋਇਆ ਪ੍ਰੋਜੈਕਟ ਇੱਕ ਅਮਰੀਕੀ ਫੌਜੀ ਪਹਿਲਕਦਮੀ ਦਾ ਹਿੱਸਾ ਸੀ, ਜਿਸ ਦਾ ਉਦੇਸ਼ SpaceX ਦੁਆਰਾ ਨਿਰਮਿਤ ਵਪਾਰਕ ਰੌਕਟਾਂ ਦੀ ਵਰਤੋਂ ਦੀ ਪੜਚੋਲ ਕਰਨਾ ਸੀ, ਤਾਂ ਜੋ ਦੁਨੀਆ ਵਿੱਚ ਕਿਤੇ ਵੀ 90 ਮਿੰਟਾਂ ਦੇ ਅੰਦਰ 100 ਟਨ ਤੱਕ ਫੌਜੀ ਮਾਲ ਪਹੁੰਚਾਇਆ ਜਾ ਸਕੇ। ਇਸ ਸੰਕਲਪ ਦੀ ਜਾਂਚ 에ਅਰ ਫੋਰਸ ਰਿਸਰਚ ਲੈਬੋਰੇਟਰੀ ਦੁਆਰਾ ਪ੍ਰਬੰਧਿਤ ਰੌਕੇਟ ਕਾਰਗੋ ਪ੍ਰੋਗਰਾਮ ਦੇ ਤਹਿਤ ਕੀਤੀ ਜਾ ਰਹੀ ਸੀ। ਇਹ ਟੈਸਟ ਇਸ ਟਾਪੂ ਤੇ ਕੀਤਾ ਜਾਣਾ ਸੀ ਜੋ ਸੰਘੀ ਤੌਰ ਤੇ ਸੁਰੱਖਿਅਤ ਹੈ। ਪ੍ਰਸਤਾਵਿਤ ਟੈਸਟ ਸਾਈਟ ਜੌਨਸਟਨ ਐਟੋਲ, ਹਵਾਈ ਤੋਂ ਲਗਭਗ 1300 ਕਿਲੋਮੀਟਰ ਦੂਰ ਸਥਿਤ 2.5 ਵਰਗ ਕਿਲੋਮੀਟਰ ਦਾ ਇੱਕ ਅਨਆਬਾਦ ਟਾਪੂ ਹੈ। ਇਹ ਐਟੋਲ ਪੈਸੀਫਿਕ ਰਿਮੋਟ ਆਈਲੈਂਡਸ ਮਰੀਨ ਨੈਸ਼ਨਲ ਸਮਾਰਕ ਦਾ ਹਿੱਸਾ ਹੈ ਅਤੇ ਸੰਘੀ ਤੌਰ ਤੇ ਜੰਗਲੀ ਜੀਵ ਪਨਾਹ ਵਜੋਂ ਸੁਰੱਖਿਅਤ ਹੈ। ਜੀਵ ਵਿਗਿਆਨੀਆਂ ਅਤੇ ਸੰਭਾਲਵਾਦੀਆਂ ਨੇ ਚੇਤਾਵਨੀ ਦਿੱਤੀ ਸੀ ਕਿ ਰੌਕੇਟ ਲੈਂਡਿੰਗ 14 ਪ੍ਰਜਾਤੀਆਂ ਦੇ ਗਰਮ ਖੰਡੀ ਸਮੁੰਦਰੀ ਪੰਛੀਆਂ ਲਈ ਮਹੱਤਵਪੂਰਨ ਆਲਣੇ ਦੇ ਸਥਾਨਾਂ ਨੂੰ ਤਬਾਹ ਕਰ ਸਕਦੀ ਹੈ, ਜਿਸ ਵਿੱਚ ਲਾਲ ਪੂੰਛ ਵਾਲੇ ਟਰਨ, ਚਿੱਟੇ ਟਰਨ ਅਤੇ ਬੂਬੀ ਸ਼ਾਮਲ ਹਨ। ਇਹ ਟਾਪੂ ਇਨ੍ਹਾਂ ਪ੍ਰਜਾਤੀਆਂ ਲਈ ਕੁਝ ਬਚੇ ਹੋਏ ਸੁਰੱਖਿਅਤ ਪਨਾਹਗਾਹਾਂ ਵਿੱਚੋਂ ਇੱਕ ਹੈ ਅਤੇ ਕੋਈ ਵੀ ਮਹੱਤਵਪੂਰਨ ਵਿਘਨ ਪੂਰੇ ਪ੍ਰਜਨਨ ਚੱਕਰ ਨੂੰ ਪ੍ਰਭਾਵਿਤ ਕਰ ਸਕਦਾ ਹੈ। CBI ਨੇ ਕਥਿਤ ਆਰਥਿਕ ਅਪਰਾਧੀ ਮੋਨਿਕਾ ਕਪੂਰ ਨੂੰ ਅਮਰੀਕਾ ਤੋਂ ਹਿਰਾਸਤ ਵਿੱਚ ਲੈ ਲਿਆ। 26 ਸਾਲਾਂ ਤੋਂ ਭਗੌੜੀ ਰਹੀ ਮੋਨਿਕਾ ਨੂੰ ਬੁੱਧਵਾਰ ਰਾਤ ਨੂੰ CBI ਟੀਮ ਭਾਰਤ ਲਿਆਏਗੀ। ਇਸ ਨੂੰ ਭਾਰਤੀ ਏਜੰਸੀਆਂ ਦੀ ਵੱਡੀ ਸਫਲਤਾ ਵਜੋਂ ਦੇਖਿਆ ਜਾ ਰਿਹਾ ਹੈ। ਕੇਂਦਰੀ ਏਜੰਸੀ ਨੇ ਮੋਨਿਕਾ ਕਪੂਰ ਨੂੰ ਅਮਰੀਕਾ ਤੋਂ ਹਿਰਾਸਤ ਵਿੱਚ ਲੈ ਲਿਆ ਅਤੇ ਇੱਕ ਅਮਰੀਕੀ 에ਅਰਲਾਈਨਸ ਦੀ ਉਡਾਨ ਰਾਹੀਂ ਭਾਰਤ ਲਈ ਰਵਾਨਾ ਹੋ ਗਈ ਹੈ। ਇਹ CBI ਟੀਮ ਬੁੱਧਵਾਰ ਦੇ ਰਾਤ ਤੱਕ ਭਾਰਤ ਪਹੁੰਚਣ ਦੀ ਉਮੀਦ ਹੈ। ਅਧਿਕਾਰੀਆਂ ਨੇ ਕਿਹਾ ਕਿ ਨਿਊਯਾਰਕ ਵਿੱਚ ਸੰਯੁਕਤ ਰਾਜ ਜ਼ਿਲ੍ਹਾ ਅਦਾਲਤ ਨੇ ਭਾਰਤ ਅਤੇ ਅਮਰੀਕਾ ਵਿਚਕਾਰ ਦੁਵੱਲੀ ਹਵਾਲਗੀ ਸੰਧੀ ਤਹਿਤ ਉਸ ਦੀ ਹਵਾਲਗੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਅਮਰੀਕੀ ਵਿਦੇਸ਼ ਮੰਤਰੀ ਨੇ ਕਪੂਰ ਦੇ ਉਸ ਦਾਅਵੇ ਨੂੰ ਰੱਦ ਕਰ ਦਿੱਤਾ ਜਿਸ ਵਿੱਚ ਉਸਨੇ ਕਿਹਾ ਸੀ ਕਿ ਜੇਕਰ ਉਸ ਨੂੰ ਭਾਰਤ ਵਾਪਸ ਲਿਆਂਦਾ ਜਾਂਦਾ ਹੈ ਤਾਂ ਉਸ ਨੂੰ ਤਸੀਹੇ ਦਿੱਤੇ ਜਾ ਸਕਦੇ ਹਨ। ਇਸ ਲਈ ਉਸ ਦੀ ਹਵਾਲਗੀ 1998 ਦੇ ਵਿਦੇਸ਼ੀ ਮਾਮਲਿਆਂ ਦੇ ਸੁਧਾਰ ਅਤੇ ਪੁਨਰ ਗਠਨ ਐਕਟ ਦੁਆਰਾ ਲਾਗੂ ਕੀਤੇ ਗਏ ਸੰਯੁਕਤ ਰਾਸ਼ਟਰ ਦੇ ਤਸ਼ੱਦਦ ਵਿਰੋਧੀ ਸੰਮੇਲਨ ਦੀ ਉਲੰਘਣਾ ਹੋਵੇਗੀ। ਮੋਨਿਕਾ ਕਪੂਰ ਕਥਿਤ ਧੋਖਾਧੜੀ ਤੋਂ ਬਾਅਦ 1999 ਵਿੱਚ ਅਮਰੀਕਾ ਭੱਜ ਗਈ ਸੀ। ਉਸਦੇ ਆਪਣੇ 2 ਭਰਾਵਾਂ ਨਾਲ ਮਿਲ ਕੇ ਆਪਣੇ ਗਹਿਣਿਆਂ ਦੇ ਕਾਰੋਬਾਰ ਲਈ ਜਾਲੀ ਦਸਤਾਵੇਜ਼ ਬਣਾਉਣ ਦਾ ਦੋਸ਼ ਹੈ, ਜਿਨ੍ਹਾਂ ਦੀ ਵਰਤੋਂ ਭਾਰਤ ਸਰਕਾਰ ਤੋਂ ਕੱਚੇ ਮਾਲ ਦੀ ਡਿਊਟੀ ਮੁਕਤ ਦਰਾਮਦ ਲਈ ਲਾਇਸੈਂਸ ਪ੍ਰਾਪਤ ਕਰਨ ਲਈ ਕੀਤੀ ਗਈ ਸੀ।
ਇਸ ਕਥਿਤ ਧੋਖਾਧੜੀ ਕਾਰਨ ਭਾਰਤੀ ਮਾਲੀਏ ਨੂੰ 6.79 ਲੱਖ ਅਮਰੀਕੀ ਡਾਲਰ ਯਾਨੀ ਕਿ ਲਗਭਗ 5.7 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ। ਭਾਰਤ ਨੇ ਅਕਤੂਬਰ 2010 ਵਿੱਚ ਅਮਰੀਕਾ ਤੋਂ ਮੋਨਿਕਾ ਕਪੂਰ ਦੀ ਹਵਾਲਗੀ ਦੀ ਬੇਨਤੀ ਕੀਤੀ ਸੀ, ਜੋ ਕਿ ਦੋਵਾਂ ਦੇਸ਼ਾਂ ਵਿਚਕਾਰ ਹਵਾਲਗੀ ਸੰਧੀ ਤਹਿਤ ਕੀਤੀ ਗਈ ਸੀ। ਕੈਨੇਡਾ ਬੋਰਡਰ ਸਰਵਿਸਿਜ਼ ਏਜੰਸੀ ਵੱਲੋਂ ਜੂਨ ਮਹੀਨੇ ਦੌਰਾਨ ਮੌਂਟਰੀਅਲ ਦੀ ਬੰਦਰਗਾਹ ਅਤੇ ਰੇਲਵੇ ਯਾਰਡ ਤੋਂ 64 ਲੱਖ ਡਾਲਰ ਮੁੱਲ ਦੀਆਂ 83 ਚੋਰੀਸ਼ੁਦਾ ਗੱਡੀਆਂ ਬਰਾਮਦ ਕੀਤੇ ਜਾਣ ਦੀ ਰਿਪੋਰਟ ਹੈ। ਇਨ੍ਹਾਂ ਗੱਡੀਆਂ ਵਿੱਚੋਂ ਜ਼ਿਆਦਾਤਰ ਓਨਟਾਰੀਓ ਅਤੇ ਕਿਊਬੈਕ ਨਾਲ ਸੰਬੰਧੀ ਦੱਸੀਆਂ ਜਾ ਰਹੀਆਂ ਹਨ, ਜੋ ਸੰਬੰਧਿਤ ਪੁਲਿਸ ਮਹਿਕਮਿਆਂ ਦੇ ਸਪੁਰਦ ਕਰ ਦਿੱਤੀਆਂ ਗਈਆਂ। CBSA ਵੱਲੋਂ ਜਾਰੀ ਬਿਆਨ ਦੇ ਮੁਤਾਬਕ ਹੋਰਨਾਂ ਲਾ ਇਨਫੋਰਸਮੈਂਟ ਏਜੰਸੀਆਂ ਤੋਂ ਮਿਲੀ ਜਾਣਕਾਰੀ ਅਤੇ ਆਪਣੀਆਂ ਖੁਫੀਆ ਰਿਪੋਰਟ ਦੇ ਆਧਾਰ ਤੇ ਇਹ ਕਾਰਵਾਈ ਕੀਤੀ ਗਈ ਹੈ। ਮੁਲਕ ਵਿੱਚ ਗੱਡੀਆਂ ਚੋਰੀ ਕਰਨ ਵਾਲੇ ਗਿਰੋਹ ਵੱਡੇ ਪੱਧਰ ਤੇ ਸਰਗਰਮ ਹਨ ਅਤੇ ਬੰਦਰਗਾਹਾਂ ਰਾਹੀਂ ਇਨ੍ਹਾਂ ਨੂੰ ਵਿਦੇਸ਼ਾਂ ਦੇ ਵਿੱਚ ਭੇਜਿਆ ਜਾਂਦਾ ਹੈ। CBSA ਵੱਲੋਂ ਮੌਜੂਦਾ ਵਰ੍ਹੇ ਦੌਰਾਨ 788 ਚੋਰੀਸ਼ੁਦਾ ਗੱਡੀਆਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ, ਜਦਕਿ ਪਿਛਲੇ ਵਰ੍ਹੇ ਦੌਰਾਨ ਆંકੜਾ 2277 ਦਰਜ ਕੀਤਾ ਗਿਆ। ਦੂਜੇ ਪਾਸੇ ਬਰੈਂਪਟਨ ਅਤੇ ਮਿਸੀਸਾਗਾ ਵਿਖੇ ਜੂਨ ਮਹੀਨੇ ਦੌਰਾਨ 384 ਗੱਡੀਆਂ ਚੋਰੀ ਹੋਣ ਦੀ ਰਿਪੋਰਟ ਹੈ ਅਤੇ ਲਗਾਤਾਰ ਤੀਜੇ ਮਹੀਨੇ ਆંકੜਾ 300 ਤੋਂ ਉੱਤੇ ਹੈ। ਇਸ ਤੋਂ ਪਹਿਲਾਂ ਜਨਵਰੀ ਤੋਂ ਮਾਰਚ ਦੇ ਅੰਤ ਤੱਕ ਬਰੈਂਪਟਨ ਅਤੇ ਮਿਸੀਸਾਗਾ ਵਿਖੇ 1200 ਤੋਂ ਵੱਧ ਗੱਡੀਆਂ ਚੋਰੀ ਹੋਣ ਦਾ ਆંકੜਾ ਸਾਹਮਣੇ ਆਇਆ ਸੀ। ਪੀਲ ਰੀਜਨਲ ਪੁਲਿਸ ਦੇ ਉਪ ਮੁਖੀ ਨਿਕ ਨੇ ਕਿਹਾ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਗੱਡੀ ਚੋਰੀ ਦੀਆਂ ਵਾਰਦਾਤਾਂ ਵਿੱਚ 45% ਦੀ ਕਮੀ ਆਈ ਹੈ ਅਤੇ ਲੋਕਾਂ ਦਾ 6 ਕਰੋੜ ਡਾਲਰ ਦਾ ਨੁਕਸਾਨ ਬਚ ਗਿਆ। ਇਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ੱਕੀ ਨੂੰ ਗ੍ਰਿਫਤਾਰ ਕਰਦਿਆਂ 26 ਮਿਲੀਅਨ ਡਾਲਰ ਮੁੱਲ ਦੀਆਂ ਗੱਡੀਆਂ ਬਰਾਮਦ ਕੀਤੀਆਂ ਗਈਆਂ। ਪੁਲਿਸ ਮੁਤਾਬਕ ਮੌਜੂਦਾ ਵਰ੍ਹੇ ਦੌਰਾਨ ਪੀਲ ਰੀਜਨ ਵਿੱਚੋਂ ਚੋਰੀ ਹੋਈਆਂ ਗੱਡੀਆਂ ਵਿੱਚੋਂ ਤਕਰੀਬਨ ਅੱਧੀਆਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਇੱਥੇ ਦੱਸਣਾ ਬਣਦਾ ਹੈ ਕਿ ਪੀਲ ਰੀਜਨਲ ਪੁਲਿਸ ਵੱਲੋਂ ਮੌਜੂਦਾ ਵਰ੍ਹੇ ਦੇ ਪਹਿਲੇ 4 ਮਹੀਨੇ ਦੌਰਾਨ 257 ਸ਼ੱਕੀਆਂ ਨੂੰ ਕਾਬੂ ਕਰਦਿਆਂ 479 ਦੋਸ਼ ਆਇਦ ਕੀਤੇ ਗਏ, ਜਦਕਿ 2023 ਵਗਰੋਂ ਪੀਲ ਪੁਲਿਸ 543 ਸ਼ੱਕੀਆਂ ਨੂੰ ਗ੍ਰਿਫਤਾਰ ਕਰਦਿਆਂ 1110 ਤੋਂ ਵੱਧ ਦੋਸ਼ ਆਇਦ ਕੀਤੇ ਗਏ। 2024 ਦੌਰਾਨ ਮਿਸੀਸਾਗਾ ਅਤੇ ਬਰੈਂਪਟਨ ਵਿੱਚੋਂ ਕੁੱਲ 7231 ਗੱਡੀਆਂ ਚੋਰੀ ਹੋਈਆਂ, ਜਦਕਿ 2023 ਵਿੱਚ ਇਹ ਆંકੜਾ 8322 ਦਰਜ ਕੀਤਾ ਗਿਆ। ਸਾਬਕਾ ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਹੁਣ ਗੋਲਡਮੈਨ ਸਾਕਸ ਵਿੱਚ ਸੀਨੀਅਰ ਸਲਾਹਕਾਰ ਵਜੋਂ ਸ਼ਾਮਲ ਹੋ ਗਏ ਹਨ। ਕੰਪਨੀ ਨੇ ਦੱਸਿਆ ਕਿ ਸੁਨਕ, ਜੋ ਜੁਲਾਈ 2024 ਵਿੱਚ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਹਨ, ਹੁਣ ਬੈਂਕ ਦੇ ਗ੍ਰਾਹਕਾਂ ਨੂੰ ਵਿਸ਼ਵ ਵਿਆਪੀ ਰਾਜਨੀਤੀ ਅਤੇ ਅਰਥ ਵਿਵਸਥਾ ਬਾਰੇ ਆਪਣੇ ਵਿਲੱਖਣ ਦ੍ਰਿਸ਼ਟੀਕੋਣ ਅਤੇ ਸੂਝ ਨਾਲ ਸਲਾਹ ਦੇਣਗੇ। ਇਹ ਭੂਮਿਕਾ ਉਹ ਪਾਰਟ ਟਾਈਮ ਨਿਭਾਉਣਗੇ। ਰਿਸ਼ੀ ਸੁਨਕ ਅਜੇ ਵੀ ਯਾਰਕਸ਼ਾਇਰ ਵਿੱਚ ਰਿਚਮੰਡ ਅਤੇ ਨਾਰਥ ਲਟਨ ਲਈ ਕੰਜ਼ਰਵੇਟਿਵ ਸੰਸਦ ਮੈਂਬਰ ਹਨ। ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ 2000 ਦੇ ਦਹਾਕੇ ਵਿੱਚ ਉਹ ਗੋਲਡਮੈਨ ਸਾਕਸ ਵਿੱਚ ਵਿਸ਼ਲੇਸ਼ਕ ਵਜੋਂ ਕੰਮ ਕਰ ਚੁੱਕੇ ਹਨ। ਬੈਂਕ ਦੇ ਚੇਅਰਮੈਨ ਡੇਵਿਡ ਨੇ ਕਿਹਾ ਹੈ ਕਿ ਉਹ ਰਿਸ਼ੀ ਦਾ ਵਾਪਸੀ ਸਵਾਗਤ ਕਰਨ ਲਈ ਉਤਸ਼ਾਹਿਤ ਹਨ। ਨਵੀਂ ਭੂਮਿਕਾ ਅਤੇ ਚੈਰਿਟੀ ਸੁਨਕ ਦੀ ਤਨਖਾਹ ਰਿਚਮੰਡ ਪ੍ਰੋਜੈਕਟ ਨੂੰ ਦਾਨ ਕੀਤੀ ਜਾਵੇਗੀ, ਜੋ ਕਿ ਇੱਕ ਚੈਰਿਟੀ ਹੈ ਜਿਸ ਦੀ ਸਥਾਪਨਾ ਸੁਨਕ ਅਤੇ ਉਹਨਾਂ ਦੀ ਪਤਨੀ ਅਕਸ਼ਤਾ ਮੂਰਤੀ ਨੇ ਕੀਤੀ ਸੀ। ਇਹ ਚੈਰਿਟੀ ਯੂਕੇ ਵਿੱਚ ਅੰਕਾਂ ਦੀ ਸਿੱਖਿਆ ਨੂੰ ਬਿਹਤਰ ਬਣਾਉਣ ਲਈ ਕੰਮ ਕਰਦੀ ਹੈ। ਸੁਨਕ ਗੋਲਡਮੈਨ ਸਾਕਸ ਦੇ ਵਿਦੇਸ਼ੀ ਗ੍ਰਾਹਕਾਂ ਨੂੰ ਸਲਾਹ ਦੇਣਗੇ, ਪਰ ਉਹਨਾਂ ਨੂੰ ਉਹਨਾਂ ਗ੍ਰਾਹਕਾਂ ਜਾਂ ਸਰਕਾਰ ਨੂੰ ਸਲਾਹ ਦੇਣ ਦੀ ਇਜਾਜ਼ਤ ਨਹੀਂ ਹੋਵੇਗੀ ਜਿਨ੍ਹਾਂ ਨਾਲ ਉਹ ਪ੍ਰਧਾਨ ਮੰਤਰੀ ਹੋਣ ਦੇ ਦੌਰਾਨ ਸਿੱਧਾ ਲੈਣ-ਦੇਣ ਕਰ ਚੁੱਕੇ ਹਨ। ਉਹ ਬੈਂਕ ਵੱਲੋਂ ਯੂਕੇ ਸਰਕਾਰ ਦੀ ਲਾਬੀ ਵੀ ਨਹੀਂ ਕਰ ਸਕਦੇ। ਨਿਯੁਕਤੀਆਂ ਤੇ ਨਿਗਰਾਨੀ ਵੀ ਕੀਤੀ ਜਾ ਰਹੀ ਹੈ। ਤਾਂ ਦੱਸਵਾਂ ਕਿ ਏਕੋਬਾ ਯਾਨੀ ਕਾਰੋਬਾਰੀ ਨਿਯੁਕਤੀਆਂ ਬਾਰੇ ਸਲਾਹਕਾਰ ਕਮੇਟੀ ਨੇ ਨੋਟ ਕੀਤਾ ਹੈ ਕਿ ਸੁਨਕ ਦੀ ਨਵੀਂ ਭੂਮਿਕਾ ਵਿੱਚ ਕੁਝ ਜੋਖਮ ਹਨ, ਜਿਵੇਂ ਕਿ ਉਹਨਾਂ ਦੇ ਪ੍ਰਧਾਨ ਮੰਤਰੀ ਹੋਣ ਦੇ ਦੌਰਾਨ ਮਿਲੀ ਜਾਣਕਾਰੀ ਦਾ ਗਲਤ ਫਾਇਦਾ। ਸੁਨਕ ਨੇ ਸੰਸਦ ਮੈਂਬਰ ਬਣਨ ਤੋਂ ਪਹਿਲਾਂ 14 ਸਾਲ ਵਿੱਤੀ ਸੇਵਾਵਾਂ ਵਿੱਚ ਕੰਮ ਕੀਤਾ, ਜਿਸ ਵਿੱਚ ਗੋਲਡਮੈਨ ਸਾਕਸ ਵੀ ਸ਼ਾਮਲ ਸੀ। ਰਿਸ਼ੀ ਸੁਨਕ ਦਾ ਕੈਰੀਅਰ 2000 ਵਿੱਚ ਇੰਟਰਨੈਟ ਵਜੋਂ ਗੋਲਡਮੈਨ ਸਾਕਸ ਵਿੱਚ ਸ਼ਾਮਲ ਹੋਏ। 2001 ਤੋਂ 2004 ਤੱਕ ਵਿਸ਼ਲੇਸ਼ਕ ਵਜੋਂ ਕੰਮ ਕੀਤਾ। ਬਾਅਦ ਵਿੱਚ ਇੱਕ ਅੰਤਰਰਾਸ਼ਟਰੀ ਨਿਵੇਸ਼ ਫਰਮ ਦੀ ਸਥਾਪਨਾ ਕੀਤੀ। 2015 ਵਿੱਚ ਸੰਸਦ ਮੈਂਬਰ ਬਣੇ। ਕੋਵਿਡ ਮਹਾਮਾਰੀ ਦੌਰਾਨ ਚਾਂਸਲਰ ਵਜੋਂ ਯੋਜਨਾਵਾਂ ਦਾ ਐਲਾਨ ਕਰਕੇ ਘਰ-ਘਰ ਵਿੱਚ ਜਾਣੇ ਜਾਂਦੇ ਹੋਏ ਜੁਲਾਈ 2022 ਵਿੱਚ ਚਾਂਸਲਰ ਵਜੋਂ ਅਸਤੀਫਾ ਦਿੱਤਾ, ਜਿਸ ਨਾਲ ਬੋਰਿਸ ਜੌਨਸਨ ਦੀ ਸਰਕਾਰ ਡਿੱਗੀ। ਅਕਤੂਬਰ 2022 ਤੋਂ ਜੁਲਾਈ 2024 ਤੱਕ ਪ੍ਰਧਾਨ ਮੰਤਰੀ ਰਹੇ। ਹੋਰ ਭੂਮਿਕਾਵਾਂ ਵੀ ਹਨ, ਜਿਵੇਂ ਕਿ ਜਨਵਰੀ 2025 ਵਿੱਚ ਆਕਸਫੋਰਡ ਯੂਨੀਵਰਸਿਟੀ ਦੇ ਬਲਾਵਟਨਿਕ ਸਕੂਲ ਆਫ ਗਵਰਨਮੈਂਟ ਅਤੇ ਅਮਰੀਕਾ ਵਿੱਚ ਸਟੈਨਫੋਰਡ ਯੂਨੀਵਰਸਿਟੀ ਦੇ ਹੂਵਰ ਇੰਸਟੀਟਿਊਸ਼ਨ ਨਾਲ ਜੁੜੇ, ਜਿੱਥੇ ਉਹਨਾਂ ਨੇ ਕੋਈ ਭੁਗਤਾਨ ਨਹੀਂ ਕੀਤਾ ਗਿਆ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਯੂਕਰੇਨ ਨੂੰ ਹਥਿਆਰ ਸਪਲਾਈ ਮਾਮਲੇ 'ਚ ਯੂ-ਟਰਨ ਸਾਹਮਣੇ ਆਇਆ।
ਉਹਨਾਂ ਨੇ ਕਿਹਾ ਕਿ ਉਹਨਾਂ ਦਾ ਦੇਸ਼ ਯੂਕਰੇਨ ਲਈ ਹੋਰ ਹਥਿਆਰ ਭੇਜੇਗਾ। ਅਮਰੀਕੀ ਰਾਸ਼ਟਰਪਤੀ ਨੇ ਕੁਝ ਦਿਨ ਪਹਿਲਾਂ ਹੀ ਯੂਕਰੇਨ ਨੂੰ ਹਥਿਆਰਾਂ ਦੀ ਸਪਲਾਈ ਰੋਕਣ ਸੰਬੰਧੀ ਇੱਕ ਆਰਡਰ ਜਾਰੀ ਕੀਤਾ ਸੀ। ਉਹਨਾਂ ਦੇ ਇਸ ਕਦਮ ਤੇ ਕੀਵ ਇਹ ਚੇਤਾਵਨੀ ਦੇਣ ਲਈ ਮਜਬੂਰ ਹੋ ਗਿਆ ਸੀ ਕਿ ਕੁਝ ਹਥਿਆਰਾਂ ਦੀ ਸਪਲਾਈ ਰੋਕਣ ਨਾਲ ਉਹਦੀ ਰੂਸ ਦੇ ਹਮਲਿਆਂ ਨੂੰ ਰੋਕਣ ਦੀ ਸਮਰੱਥਾ ਸੀਮਿਤ ਹੋ ਜਾਵੇਗੀ। ਅਮਰੀਕਾ ਵਿੱਚ ਵੀ ਟਰੰਪ ਦੇ ਫੈਸਲੇ ਦੀ ਨਾ ਸਿਰਫ ਡੈਮੋਕ੍ਰੈਟਿਕ ਸਗੋਂ ਉਹਨਾਂ ਦੀ ਰਿਪਬਲਿਕਨ ਪਾਰਟੀ ਦੇ ਕੁਝ ਨੇਤਾਵਾਂ ਨੇ ਨਿਖੇਧੀ ਕੀਤੀ। ਟਰੰਪ ਨੇ ਵਾਈਟ ਹਾਊਸ 'ਚ ਪੱਤਰਕਾਰਾਂ ਦੇ ਨਾਲ ਕਿਹਾ, ਅਸੀਂ ਕੁਝ ਹੋਰ ਹਥਿਆਰ ਭੇਜਣ ਜਾ ਰਹੇ ਹਾਂ, ਸਾਨੂੰ ਇਹ ਕਰਨਾ ਪਵੇਗਾ। ਉਹਨਾਂ ਨੂੰ ਆਪਣੇ ਆਪ ਨੂੰ ਬਚਾਉਣ ਯੋਗ ਹੋਣਾ ਚਾਹੀਦਾ ਹੈ। ਉਹ ਬਹੁਤ ਬੁਰੇ ਤਰੀਕੇ ਨਾਲ ਪ੍ਰਭਾਵਿਤ ਹੋ ਰਹੇ ਹਨ। ਸਾਨੂੰ ਮੁੱਖ ਤੌਰ ਤੇ ਰੱਖਿਆ ਹਥਿਆਰ ਭੇਜੇ ਜਾਣੇ ਚਾਹੀਦੇ ਹਨ। ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਵੀ ਮੌਜੂਦ ਰਹੇ। ਟਰੰਪ ਦੀ ਇਸ ਟਿੱਪਣੀ ਦੇ ਕੁਝ ਸਮੇਂ ਬਾਅਦ ਅਮਰੀਕੀ ਰੱਖਿਆ ਵਿਭਾਗ ਪੈਂਟਾਗਨ ਨੇ ਇੱਕ ਬਿਆਨ ਵਿੱਚ ਦੱਸਿਆ ਕਿ ਟਰੰਪ ਦੇ ਨਿਰਦੇਸ਼ਾਂ ਤੇ ਯੂਕਰੇਨ ਨੂੰ ਵਾਧੂ ਰੱਖਿਆ ਹਥਿਆਰ ਭੇਜੇ ਜਾਣਗੇ ਤਾਂ ਜੋ ਯੂਕਰੇਨ ਆਪਣੇ ਆਪ ਦੀ ਰੱਖਿਆ ਕਰ ਸਕੇ, ਜਦਕਿ ਪੱਕੀ ਸ਼ਾਂਤੀ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਹਾਲਾਂਕਿ ਬਿਆਨ ਵਿੱਚ ਯੂਕਰੇਨ ਨੂੰ ਭੇਜੇ ਜਾਣ ਵਾਲੇ ਹਥਿਆਰਾਂ ਦਾ ਵੇਰਵਾ ਨਹੀਂ ਦਿੱਤਾ ਗਿਆ। ਇਸ ਤੋਂ ਪਹਿਲਾਂ ਟਰੰਪ ਨੇ ਸ਼ੁੱਕਰਵਾਰ ਨੂੰ ਯੂਕਰੇਨੀ ਪ੍ਰਧਾਨ ਮੰਤਰੀ ਵਲਾਦੀਮੀਰ ਜ਼ੈਲੈਂਸਕੀ ਨਾਲ ਫੋਨ ਤੇ ਗੱਲਬਾਤ ਕੀਤੀ ਸੀ। ਉਸ ਵੇਲੇ ਟਰੰਪ ਨੇ ਪੱਤਰਕਾਰਾਂ ਨੂੰ ਦੱਸਿਆ ਸੀ ਕਿ ਯੂਕਰੇਨ ਨੂੰ ਆਪਣੀ ਰੱਖਿਆ ਲਈ ਪੈਟਰੀਅਟ ਮਿਜ਼ਾਈਲਾਂ ਦੀ ਲੋੜ ਹੈ। ਹਾਲਾਂਕਿ ਉਹਨਾਂ ਨੇ ਸੋਮਵਾਰ ਨੂੰ ਇਸ ਦਾ ਜ਼ਿਕਰ ਨਹੀਂ ਕੀਤਾ। ਦੱਸਣਯੋਗ ਹੈ ਕਿ ਪਿਛਲੇ ਹਫ਼ਤੇ ਪੈਟਰਿਕ ਮਿਜ਼ਾਈਲਾਂ, ਗਾਈਡਡ ਮਲਟੀਪਲ ਲਾਂਚ ਰਾਕੇਟ ਲਾਂਚਰ, ਹੈਲਫਾਇਰ ਮਿਜ਼ਾਈਲਾਂ, ਹੋਵਿਟਜ਼ਰ ਦੇ ਗੋਲੇ ਅਤੇ ਹੋਰ ਹਥਿਆਰਾਂ ਦੀ ਸਪਲਾਈ ਅਚਾਨਕ ਰੋਕ ਦਿੱਤੀ ਗਈ ਸੀ, ਜਿਸ ਤੇ ਯੂਕਰੇਨ ਅਤੇ ਹੋਰ ਸਹਿਯੋਗੀ ਦੇਸ਼ਾਂ ਨੇ ਹੈਰਾਨੀ ਜਤਾਈ ਸੀ। ਇਟਲੀ ਦੇ ਇੱਕ ਹਵਾਈ ਅੱਡੇ ਤੇ ਰਨਵੇ ਤੇ ਇੱਕ ਜਹਾਜ਼ ਦੇ ਇੰਜਨ ਵਿੱਚ ਫਸਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਸਥਾਨਕ ਮੀਡੀਆ ਅਨੁਸਾਰ ਉਹ ਵਿਅਕਤੀ ਰਨਵੇ ਤੇ ਦੌੜ ਰਿਹਾ ਸੀ ਅਤੇ ਇੱਕ A319 ਜਹਾਜ਼ ਦੇ ਰਸਤੇ ਵਿੱਚ ਆ ਗਿਆ ਅਤੇ ਉਸ ਨੂੰ ਜਹਾਜ਼ ਦੇ ਇੰਜਨ ਨੇ ਖਿੱਚ ਲਿਆ, ਜਿਸ ਨਾਲ ਉਸ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਇਟਲੀ ਦੇ ਸ਼ਹਿਰ ਬਰਗਾਮੋ ਦੇ ਹਵਾਈ ਅੱਡੇ ਉੱਤੇ ਇੱਕ ਵਿਅਕਤੀ ਰਨਵੇ ਤੇ ਦੌੜਨ ਲੱਗਾ ਅਤੇ ਜਹਾਜ਼ ਦੇ ਇੰਜਨ ਵਿੱਚ ਫਸ ਗਿਆ, ਜਿਸ ਕਾਰਨ ਸਾਰੀਆਂ ਉਡਾਨਾਂ ਮੁਅੱਤਲ ਕਰ ਦਿੱਤੀਆਂ ਗਈਆਂ। ਸਥਾਨਕ ਮੀਡੀਆ ਨੇ ਇਹ ਜਾਣਕਾਰੀ ਦਿੱਤੀ ਹੈ। ਬਰਗਾਮੋ ਮਿਲਾਨ ਹਵਾਈ ਅੱਡਾ ਅਥਾਰਟੀ, ਜਿਸ ਨੂੰ ਸੈਕਬੋ ਵਜੋਂ ਵੀ ਜਾਣਿਆ ਜਾਂਦਾ ਹੈ, ਉਸਨੇ ਕਿਹਾ ਕਿ ਬਰਗਾਮੋ ਓਰੀਓ ਅਲ ਸੈਰੀਓ ਹਵਾਈ ਅੱਡੇ ਤੇ ਸਾਰੀਆਂ ਉਡਾਨਾਂ ਸਥਾਨਕ ਸਮੇਂ ਅਨੁਸਾਰ ਸਵੇਰੇ 10:20 ਤੇ ਟੈਕਸੀਵੇ ਤੇ ਸਮੱਸਿਆ ਕਾਰਨ ਮੁਅੱਤਲ ਕਰ ਦਿੱਤੀਆਂ ਗਈਆਂ। ਸੈਕਬੋ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਕੋਰੀਅਰ ਡੇਲਾ ਸੇਰਾ ਅਖਬਾਰ ਦੀ ਇੱਕ ਹਵਾਈ ਅੱਡੇ ਦੇ ਅਧਿਕਾਰੀਆਂ ਦੇ ਹਵਾਲੇ ਦੇ ਨਾਲ ਉਹਨਾਂ ਨੇ ਕਿਹਾ ਕਿ ਜਦੋਂ ਜਹਾਜ਼ ਉਡਾਨ ਭਰ ਰਿਹਾ ਸੀ ਤਾਂ ਕੋਈ ਵਿਅਕਤੀ ਰਨਵੇ ਤੇ ਆ ਗਿਆ ਅਤੇ ਇੰਜਨ ਵਿੱਚ ਫਸ ਗਿਆ। ਕੈਨੇਡਾ ਦੇ ਦੱਖਣੀ ਮੈਨੀਟੋਬਾ ਦੇ ਸਟੀਨਬਾਕ ਸ਼ਹਿਰ ਦੇ ਨੇੜੇ ਦੋ ਛੋਟੇ ਜਹਾਜ਼ ਹਵਾ ਵਿੱਚ ਆਪਸ 'ਚ ਟਕਰਾ ਗਏ, ਜਿਸ ਕਾਰਨ ਦੋ ਵਿਦਿਆਰਥੀ ਪਾਇਲਟਾਂ ਦੀ ਮੌਤ ਹੋ ਗਈ। ਇਹ ਦੁਖਦਾਈ ਹਾਦਸਾ ਸਵੇਰੇ 9:45 ਵਜੇ ਹੈਨੋਵਰ ਨਾਮਕ ਇੱਕ ਪੇਂਡੂ ਖੇਤਰ ਵਿੱਚ ਵਾਪਰਿਆ, ਜੋ ਕਿ ਸਟੀਨਬਾਕ ਦੇ ਦੱਖਣ ਵਿੱਚ ਸਥਿਤ ਹੈ। ਹਾਊਸ ਏਅਰ ਫਲਾਈਂਗ ਸਕੂਲ ਦੇ ਪ੍ਰਧਾਨ ਐਡਮ ਪੇਨਰ ਨੇ ਪੁਸ਼ਟੀ ਕੀਤੀ ਕਿ ਦੋਵੇਂ ਜਹਾਜ਼ ਉਡਾਨ ਸਿਖਲਾਈ ਦੌਰਾਨ ਹਵਾ ਵਿੱਚ ਇੱਕ ਦੂਜੇ ਨਾਲ ਟਕਰਾ ਗਏ। ਹਾਦਸੇ ਵਿੱਚ ਮਾਰੇ ਗਏ ਦੋਵੇਂ ਪਾਇਲਟ ਫਲਾਈਂਗ ਸਕੂਲ ਦੇ ਵਿਦਿਆਰਥੀ ਸਨ ਅਤੇ ਉਸ ਸਮੇਂ ਜਹਾਜ਼ ਵਿੱਚ ਇਕੱਲੇ ਸਨ। ਕੋਈ ਯਾਤਰੀ ਮੌਜੂਦ ਨਹੀਂ ਸੀ। ਰਾਇਲ ਮਾਊਂਟਡ ਪੁਲਿਸ ਆਫ ਕੈਨੇਡਾ ਨੇ ਕਿਹਾ ਕਿ ਦੋਵਾਂ ਪਾਇਲਟਾਂ ਦੀਆਂ ਲਾਸ਼ਾਂ ਮਲਬੇ ਵਿੱਚੋਂ ਮਿਲੀਆਂ ਹਨ। ਹਾਲਾਂਕਿ ਮ੍ਰਿਤਕਾਂ ਦੀ ਉਮਰ ਅਤੇ ਲਿੰਗ ਬਾਰੇ ਹੁਣ ਤੱਕ ਕੋਈ ਅਧਿਕਾਰਤ ਜਾਣਕਾਰੀ ਜਨਤਕ ਨਹੀਂ ਕੀਤੀ ਗਈ ਹੈ। ਹਾਊਸ ਏਅਰ ਕੈਨੇਡਾ ਵਿੱਚ ਪਾਇਲਟ ਸਿਖਲਾਈ ਲਈ ਜਾਣੀ ਜਾਂਦੀ ਹੈ ਇੱਕ ਪ੍ਰਸਿੱਧ ਉਡਾਨ ਸਿਖਲਾਈ ਸੰਸਥਾ ਹੈ। ਬਹੁਤ ਸਾਰੇ ਵਿਦਿਆਰਥੀ ਇਸ ਸਕੂਲ ਅਧੀਨ ਪਾਇਲਟ ਸਿਖਲਾਈ ਲੈਂਦੇ ਹਨ, ਜਿਨ੍ਹਾਂ ਵਿੱਚੋਂ ਕੁਝ ਕੈਨੇਡਾ ਤੋਂ ਬਾਹਰ ਦੇ ਵੀ ਹਨ। ਇਸ ਸਨ ਜੀ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ। ਹੋਰ ਅਪਡੇਟਸ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਬਣੇ ਰਹੋ ਜੀ ਪੰਜਾਬ ਮਿਲ USA ਟੀਵੀ ਦੇ ਨਾਲ। ਇਸੇ ਦੇ ਨਾਲ ਹੀ ਸਾਡੇ ਚੈਨਲ ਨੂੰ ਲਾਈਕ, ਸ਼ੇਅਰ, ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਮੈਨੂੰ ਦਿਓ ਜੀ ਆਗਿਆ। ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ।